मोदी जी के जहन में जो प्रेम भावना सिखों के लिए है, मैं समझता हूँ कि आज बहुत बड़ी क्लैरिटी हुई है। जिस किस्म से उन्होंने पिछले 7 सालों में काम किया, ख़ास तौर पे मैं दिल्ली की बात करूँ, जो दिल्ली में एसआईटी बनवा के 1984 की लड़ाई के लिए उन्होंने सज्जन कुमार जैसों को अंदर करवाया। सिखों की भावनाओं देखते हुए जो कॉरिडोर बनाया गया करतारपुर साहब का लांगा, जिससे आज हज़ारों लोग वहाँ पर जाते हैं। मैं समझता हूँ कि देश के अंदर इतने बड़े काम करने के लिए जो आशीर्वाद उनको वैसे ही गुरु को मिला हुआ है, गुरुओं की धरती से जुड़े हुए हैं, और जो आज उन्होंने अपनी बातें रखी हैं वो वाकई एक ऐतिहासिक बातें। मैं समझदा देश ਦੇ ਵਿੱਚ ਪਹਿਲੀ ਵਾਰ ਹੋਇਆ ਕਿਸੇ ਪ੍ਰਧਾਨ ਮੰਤਰੀ ਨੇ ਸਾਰੀਆਂ ਸੰਪਰਦਾਵਾਂ ਸਾਰੀ ਸਿੱਖ ਜਥੇਬੰਦੀਆਂ ਨੂੰ ਇੱਥੇ ਕਾਲ ਕੀਤਾ। ਦੇਸ਼ ਭਰ ਦੇ ਇੱਥੇ ਲੋਕ ਆਏ, ਤਕਰੀਬਨ 40 ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ, ਔਰ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਰੱਖੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ, ਅਸੀਂ ਸਾਰਿਆਂ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਕਿ ਜੋ ਕਾਰਜ ਪਿਛਲੇ 7 ਸਾਲਾਂ ਦੇ ਵਿੱਚ ਸਰਕਾਰ ਨੇ ਆ ਕੇ ਕੀਤੇ ਆ, ਭਾਵੇਂ ਉਹ ਐਸਆਈਟੀ ਨੂੰ ਲੈ ਕੇ ਹੋਏ, ਭਾਵੇਂ ਉਹ ਲਾਂਘਾ ਖੋਲ੍ਹਣ ਦੀ ਗੱਲ ਹੋਏ, ਭਾਵੇਂ ਬਾਲ ਦਿਵਸ ਮਨਾਉਣ ਦੀ ਗੱਲ ਹੋਏ, ਔਰ ਭਾਵੇਂ ਸਿੱਖਾਂ ਦਾ ਕੋਈ ਵੀ ਮੁੱਦਾ ਹੋਏ, ਉਹਦੇ ਉੱਤੇ ਜੋ ਉਹਨਾਂ ਨੇ ਕਾਰਜ ਕੀਤੇ ਸਾਰਿਆਂ ਨੇ ਉਹਨਾਂ ਦਾ ਧੰਨਵਾਦ ਕੀਤਾ। ਔਰ ਆਪਣੇ ਆਪਣੇ ਏਰੀਆਜ਼ ਨੂੰ ਲੈ ਕੇ, ਜਿਸ ਤਰ੍ਹਾਂ ਸੀਚੇਵਾਲ ਸਾਹਿਬ ਨੇ ਆਪਣੀ ਗੱਲ ਕੀਤੀ ਹੈ ਆਪਣੇ ਇਲਾਕੇ ਨੂੰ ਲੈ ਕੇ, ਹੇਮਕੁੰਟ ਸਾਹਿਬ ਵਾਲਿਆਂ ਨੇ ਆਪਣੀ ਗੱਲ ਕੀਤੀ ਹੈ, ਦਿੱਲੀ ਕਮੇਟੀ ਨੇ ਆਪਣੀ ਗੱਲ ਕੀਤੀ ਹੈ, ਸਾਰਿਆਂ ਨੇ ਆਪਣੀਆਂ ਜਿਹੜੀਆਂ ਗੱਲਾਂ ਰੱਖੀਆਂ ਨੇ ਕਿ ਕਿਹੜੀਆਂ ਸਿੱਖ ਸਮਾਜ ਦੀਆਂ ਹੋਰ ਜ਼ਿੰਮੇਵਾਰੀਆਂ ਬਣਦੀਆਂ। ਸੋ ਉਹਨਾਂ ਨੇ ਉਹਦਾ ਬੜਾ ਸੀਰੀਅਸ ਸੰਗਿਆਨ ਲਿਆ, ਔਰ ਆਪਣੀਆਂ ਭਾਵਨਾਵਾਂ ਜਿਹੜੀਆਂ ਸਿੱਖ ਸਮਾਜ ਦੇ ਨਾਲ ਉਹਨਾਂ ਦੇ ਜੁੜੀ ਹੈ, ਜਿਸ ਤਰੀਕੇ ਦੇ ਨਾਲ ਉਹ ਸਿੱਖਾਂ ਦੇ ਨਾਲ ਖਾਸ ਤੌਰ ਤੇ ਜੁੜੇ ਆ, ਗੁਜਰਾਤ ਤੋਂ ਲੈ ਕੇ ਲਖਪਤ ਰਾਜ ਦੀ ਆਪਣਾ ਗੁਰਦੁਆਰਾ ਸਾਹਿਬ ਦੇ ਬਾਰੇ ਉਹਨਾਂ ਨੇ ਇਤਿਹਾਸ ਦੇ ਬਾਰੇ ਗੱਲ ਕੀਤੀ। ਸੋ ਮੈਂ ਸਮਝਦਾ ਕਿ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕਮਿਊਨਿਟੀ ਨੂੰ ਲੈ ਕੇ ਦਰਦ ਹੋ, ਉਹਨਾਂ ਨੇ ਅੱਜ ਗੱਲ ਕੀਤੀ ਹੈ। ਸੋ ਸਾਰਿਆਂ ਨੇ ਉਹਨਾਂ ਨੂੰ ਅੱਜ ਪ੍ਰੇਜ਼ ਕਰਕੇ ਆਏ। ਸਿੱਖ ਬੰਦੀ ਰਿਹਾਈ ਇੱਕ ਬੜਾ ਵੱਡਾ ਮੁੱਦਾ ਸੀ ਕਿ ਉਸ ਨੂੰ ਲੈ ਕੇ ਗੱਲ ਹੋਈ ਹੈ। ਬਿਲਕੁਲ, ਸਿੱਖ ਬੰਦੀ ਰਿਹਾਈ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ, ਉਹਨਾਂ ਨੇ ਬਲੈਕ ਲਿਸਟ ਦੀ ਵੀ ਗੱਲ ਕੀਤੀ ਹੈ, ਔਰ ਜਿਹੜੀ ਉਹਨਾਂ ਨੇ ਖਤਮ ਕੀਤੀ ਸੀ, ਔਰ ਅੱਗੇ ਬੰਦੀ ਰਿਹਾਈ ਦੀ ਵੀ ਗੱਲ ਕੀਤੀ ਹੈ। ਨਾਲ ਜਿਹੜੀ ਡਾਂਗਮਾਰ ਜਾਂ ਗੁਰਦੁਆਰਾ ਗਿਆਨ ਗੋਦੜੀ ਨਹੀਂ, ਡਾਂਗਮਾਰ ਔਰ ਗਿਆਨ ਗੋਦੜੀ ਦੀ ਜਿਹੜੀ ਹੈ ਉਹ ਰਿਪਰੈਜ਼ੈਂਟੇਸ਼ਨ ਲੈ ਕੇ ਜਿਹੜੀ ਬੰਦੇ ਆਏ ਸੀ, ਉਹਨਾਂ ਨੇ ਉਹਨਾਂ ਦੀ ਗੱਲ ਸੁਣੀ ਹੈ। ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ 6 ਮੰਗਾਂ ਰੱਖੀਆਂ, ਜਿਹੜੀਆਂ ਯੂਨੀਵਰਸਿਟੀ ਦੀ ਅਸੀਂ ਗੱਲ ਸੰਗਤ ਨੂੰ ਕਹਿ ਕੇ ਆਏ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨਾਮ ਦੇ ਉੱਤੇ ਯੂਨੀਵਰਸਿਟੀ, ਉਹਦੀ ਡਿਮਾਂਡ ਕੀਤੀ ਹੈ। ਬਾਲਾ ਸਾਹਿਬ ਹਸਪੀਟਲ ਨੂੰ ਚਾਲੂ ਕਰਨ ਨੂੰ ਅਸੀਂ ਉੱਥੇ ਮੈਡੀਕਲ ਕਾਲਜ ਦੀ ਗੱਲ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ ਨੂੰ ਅੱਛੀ ਤਰੀਕੇ ਡਿਵੈਲਪ ਕਰਨ ਦੀ ਗੱਲ ਕੀਤੀ ਹੈ। 1947 ਦਾ ਮੈਮੋਰੀਅਲ ਬਣਾਉਣ ਦੀ ਗੱਲ ਕੀਤੀ ਹੈ, ਤਾਂ ਕਿ ਜਿਹੜੇ ਸਾਡੇ ਬਜ਼ੁਰਗਵਾਰ ਪਰਿਵਾਰ ਉੱਥੋਂ ਆਏ ਨੇ, ਔਰ ਖਾਸ ਤੌਰ ਤੇ ਜਿਹੜਾ ਸਿੱਖ ਇਤਿਹਾਸ ਹੈ ਔਰ 4 ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ ਉਹਨੂੰ NCERT ਦੇ ਵਿੱਚ ਇੰਕਲੂਡ ਕਰਨ ਵਾਸਤੇ ਇਹੋ ਜਿਹੀਆਂ ਮੰਗਾਂ ਸਾਰੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਪੀਐਮ ਸਾਹਿਬ ਨੇ ਕੀ ਕਹਾ ਸਰ? ਦੇਖੋ, ਉਹਨਾਂ ਨੇ ਬਿਲਕੁਲ ਹਰ ਗੱਲ ਦੇ ਉੱਤੇ ਉਹਨੇ ਆਸ਼ਵਾਸਨ ਦਿੱਤਾ, ਔਰ ਮੋਰ ਔਰ ਲੈਸ ਉਹਨਾਂ ਦੀ ਹਰ ਚੀਜ਼ ਉਹਨਾਂ ਦੇ ਸੰਗਿਆਨ ਵਿੱਚ ਪਹਿਲੇ ਹੈਗੀ ਸੀ, ਕਿਉਂਕਿ ਜਿਸ ਬੰਦੇ ਨੇ ਜਿਹੜੇ ਇਲਾਕੇ ਦੀ ਗੱਲ ਕੀਤੀ ਉਹਨਾਂ ਨੇ ਉਹਦਾ ਉਸ ਤਰੀਕੇ ਦੇ ਨਾਲ ਜਵਾਬ ਵੀ ਦਿੱਤਾ। ਸੋ ਮੈਂ ਸਮਝਦਾ ਕਿ ਜਿਹੜਾ ਪ੍ਰਧਾਨ ਮੰਤਰੀ ਇੰਨੀ ਮਿਲੂਡਲੀ ਲੋਕਾਂ ਦੀਆਂ ਗੱਲਾਂ ਸਮਝ ਰਿਹਾ ਹੋਏ ਤੇ ਉਹਨੂੰ ਕਰਨੀ ਔਰ ਕਰਾਉਣੀ 'ਚ ਕਿਧਰੇ ਨਾ ਕਿਧਰੇ ਸਾਡੇ ਵੱਲੋਂ ਕਮੀ ਹੈ, ਉਹਨਾਂ ਵੱਲੋਂ ਕੋਈ ਕਮੀ नज़र नहीं आई। उन्होंने सिखों को और देश को दोनों को बहुत मजबूत किया है पूरे वर्ल्ड लेवल पर। वो जब भी जाते हैं सिखों को गले भी लगाते हैं, क्योंकि उनको पता है देश की शहादत में सिखों का बहुत बड़ा योगदान रहा है, और सिख समुदाय सेवा के प्रति समर्पित है। और उन्होंने जो करतारपुर कॉरिडोर खोला गुरु नानक देव जी के प्रकाश पर्व पर, ये भी एक सराहनीय कदम था, जो पूरे वर्ल्ड में एक मैसेज गया कि जिस तरीके से वो दया भाव से काम करते हैं, वो गुरु के सिख हैं, और उनके अंदर कहीं ना कहीं सिखों का वास है, और ये चीज़ का वो बताते हैं। साथ में उन्होंने जो शक्ति से पूरे वर्ल्ड में हिंदुस्तान को प्रेजेंट करा है, वो भी एक गुरु गोबिंद सिंह जी के सच्चे सिख का आप मानिए कि प्रतीक है। कि पहली बार इस तरह की मुलाकात सी जी नॉन पोलिटिकल सी, ਇਹਦੇ ਵਿੱਚ ਕੋਈ ਪੋਲੀਟੀਕਲ ਲੋਕ ਨਹੀਂ ਸਨ, ਬਲਕਿ ਆਰਗੇਨਾਈਜ਼ ਦਿੱਲੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੀ ਗਈ ਸੀ। ਬਟ ਉਹਨਾਂ ਨੇ ਅਲੱਗ-ਅਲੱਗ ਸੰਪਰਦਾਵਾਂ ਨੂੰ ਬੁਲਾਇਆ ਸੀਗਾ, ਜਿਹੜੀ ਸੇਵਾ ਕਰਦੀਆਂ ਨੇ, ਸੇਵਾ ਭਾਵਨਾ ਸੇਵਾ ਕਰਦੀਆਂ ਨੇ। ਔਰ ਅੱਜ ਪ੍ਰਧਾਨ ਮੰਤਰੀ ਜੀ ਨੇ ਵੀ ਟੋਟਲ ਮੁੱਦਾ ਗੁਰਸਿੱਖੀ ਦਾ, ਗੁਰੂ ਸਾਹਿਬ ਦਾ, ਸਾਹਿਬਜ਼ਾਦਿਆਂ ਦਾ, ਕਿਉਂਕਿ ਵੀਰ ਬਾਲ ਦਿਵਸ ਘੋਸ਼ਿਤ ਕੀਤਾ ਹੈ, ਉਹਦਾ ਧੰਨਵਾਦ ਕੀਤਾ ਸਾਰੀ ਸੰਪਰਦਾਵਾਂ ਨੇ। ਨਾਲੇ ਉਹਨਾਂ ਨੇ ਜਿਹੜੇ ਸਿੱਖ ਸੇਵਾ ਕੋਵਿਡ ਵੀ ਸੇਵਾ ਕੀਤੀ, ਉਹਨਾਂ ਨੇ ਸਿੱਖਾਂ ਦਾ ਬਹੁਤ ਧੰਨਵਾਦ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੂੰ ਦੀ ਜਿਹੜੀ ਸੇਵਾ ਸੀ ਮਾਨਵਤਾ ਦੀ ਸੇਵਾ, ਉਸ ਮਾਨਵਤਾ ਸੇਵਾ ਨੂੰ ਮੁੱਖ ਰੱਖਦੇ ਹੋਏ ਸਿੱਖ ਸਮਾਜ ਸੇਵਾ ਕਰ ਰਿਹਾ ਹੈ। ਔਰ ਇਹੀ ਭਾਵ ਅਸੀਂ ਆਪਣੇ ਪ੍ਰਧਾਨ ਮੰਤਰੀ ਵਿੱਚ ਵੀ ਦੇਖਦੇ ਹਾਂ ਕਿ ਜਿੱਥੇ ਸੇਵਾ ਦਾ ਭਾਵ ਹੁੰਦਾ ਹੈ ਉਹ ਸੇਵਾ ਕਰਦੇ ਹਨ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਚੁੱਕੇ, ਉਵੇਂ ਹੀ ਜਦੋਂ ਭਾਰਤ ਦੇਸ਼ ਦੇ ਉੱਪਰ ਕੋਈ ਵੀ ਵਰਡ ਤੋਂ ਗੱਲ ਆਉਂਦੀ ਹੈ, ਉਹ ਵੀ ਮਾਰਸ਼ਲ ਬਣ ਕੇ ਹਮੇਸ਼ਾ ਖੜੇ ਰਹਿੰਦੇ ਹਨ। ਇਹ ਉਹਨਾਂ ਨੇ ਅੱਜ ਪੂਰੀ ਸਿੱਖ ਸਮਾਜ ਦੀ, ਗੁਰੂਆਂ ਦੀ, ਸਾਹਿਬਜ਼ਾਦਿਆਂ ਦੀ ਉਸਤਤ ਕੀਤੀ, ਔਰ ਸੇਵਾ ਭਾਵ ਔਰ ਜੋ ਵੀ ਕੰਮ ਕਰਨੇ ਹਨ ਸਮਾਜ ਦੇ ਵਡਿਆਈ ਵਾਸਤੇ, ਬੜੋਤਰੀ ਵਾਸਤੇ, ਉਹਦੀ ਗੱਲ ਕੀਤੀ ਅੱਜ ਉਹਨਾਂ ਨੇ। ਪੰਜਾਬ ਇਲੈਕਸ਼ਨ ਹੈ ਪਰਸੋਂ
ਐਵੇਂ ਮੁਲਾਕਾਤ 2 ਦਿਨ ਪਹਿਲੇ ਕਿਵੇਂ ਦੇਖਦੇ ਹੋ? ਕਈ ਸਿਆਸੀ ਖਿਲਾਰੇ ਵਿੱਚ ਚਰਚਾ ਹੈ ਕਿ ਜਿਹੜਾ ਸੰਤ ਸਮਾਜ ਹੈ, ਸਿੱਖ ਵੋਟ ਹੈ, ਉਹਨੂੰ ਆਪਣੇ ਵੱਲ ਖਿੱਚਣ ਦੀ ਜਿਹੜੀ ਹੈ ਮੁਲਾਕਾਤ ਹੋ ਸਕਦਾ ਹੈ ਪੰਜਾਬ ਚੁਣਾਵ, यूपी ਚੁਣਾਵ, 5 ਰਾਜਾਂ ਚੁਣਾਵ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਵੀ ਇਹ ਮੁੱਦਾ ਹੋ ਸਕਦਾ ਹੈ, ਪਰ ਪੋਲੀਟੀਕਲੀ ਕੋਈ ਡਿਸਕਸ਼ਨ ਨਹੀਂ ਹੋਇਆ। ਪਰ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜਾ ਸੈਟਬੈਕ ਹੈ ਪਾਰਟੀ ਨੂੰ, ਉਹ ਸਮਝ ਰਹੀ ਹੈ ਨਾ ਕਿ ਕਿਸਾਨ ਅੰਦੋਲਨ ਜਿਹੜਾ ਐਡਾ ਲੰਬਾ ਚੱਲਿਆ ਹੈ, 1 ਸਾਲ 1.5 ਸਾਲ ਅੰਦੋਲਨ ਚੱਲਿਆ ਹੈ, ਉਹਦੇ ਵਿੱਚ ਕਈ ਬੰਦੇ ਕਿਸਾਨ ਅਕਾਲ ਮੌਤ ਨੂੰ ਪ੍ਰਾਪਤ ਹੋ ਗਏ। ਇਹ ਚੀਜ਼ ਨੂੰ ਵੇਖਦੇ ਹੋਏ ਹੋ ਸਕਦਾ ਉਹਨਾਂ ਨੇ ਇੱਕ ਸਿੰਪੈਥੀ ਵਾਸਤੇ ਪੂਰੇ ਸਮਾਜ ਦੇ ਲੋਕਾਂ ਨੂੰ ਬੁਲਾਇਆ ਹੋਵੇ। इज इट पॉसीबल? इस तरह किया नहीं जा सकता, लेकिन उन्होंने कोई पोलिटिकल चर्चा नहीं की, उन्होंने सिर्फ धर्म की, गुरु साहब की और सेवा की गल की। जो काम सिखों के लिए मोदी जी ने किए हैं, आज तक आज़ादी के बाद आज तक किसी सरकार ने हिम्मत नहीं की। हमारी ब्लैक लिस्ट ख़त्म की। मैं ग्लोबली ट्रैवल करता हूँ, उसमें मैं देखता था कि फ़ॉरेन के जो सिख थे उनमें बहुत ज़्यादा रोष था कि हमें कितने 40-40 साल हो गए हैं विदेशों में बैठे, हम दरबार साहब के दर्शन नहीं कर सकते, हम अपने बुज़ुर्गों से नहीं मिल सकते, हम अपनी ज़मीन नहीं देख सकते, क्योंकि उन पे ऊपर ब्लैक लिस्ट का जो धब्बा था वो लगाया हुआ था। मोदी जी ने ये जो काम किया है, इनको इतनी दुआएं दे रहे हैं सारी दुनिया के सिख जिन जिन का नाम था। मेरे को लगता है उन्हीं दुआओं के फलस्वरूप आज मोदी जी जो हैं, हम भी अरदास करेंगे कि इनकी लंबी आयु और सिखों के साथ जो जज्बा इनका बना है, जिस जज्बे से आज उन्होंने हमें यहाँ पे इनवाइट करके एक एक पुरानी बातें की हैं, तो बहुत अच्छा लगा। जो उन्होंने काम किए हैं सिख धर्म के लिए, जैसे करतारपुर कॉरिडोर, छोटे साहिबजादे बड़े साहिबजादों के वाल दिवस, और इसके अलावा लखपत साहब गुरुद्वारा साहब का, और गुरु के लंगर की GST का। मैं तो ये कहता हूँ कि जो नरेंद्र मोदी जी ने एक बात कही है जो हमारे दिल में लगी है कि मेरे खून में सिखी है, मेरे खून में सेवा है। मैं जब भी जो भी करता हूँ हृदय से करता हूँ, श्रद्धा से करता हूँ। PM साहब एक सिख एट हार्ट हैं, बहुत जुड़े हुए हैं, बहुत उनकी अंडरस्टैंडिंग है सिख ग्रंथों की और सिख गुरुओं की और सिख भाषा की और सिख किस तरह से सेवा में जुड़े हैं। इस चीज़ की शायद किसी प्राइम मिनिस्टर को इंडिया में इतनी अंडरस्टैंडिंग नहीं रही जितनी PM मोदी साहब को है। और 84 के बारे में जो उन्होंने सिट क्रिएट करी है और उस करके कुछ बहुत सारी अहम मुद्दे हुए हैं, और 84 को लेके कानपुर में भी जो डेड केसेस थे वो रीएक्टिवेट हुए हैं। तो मेरे हिसाब से ये एक बहुत अहम स्टेप है जो एक करेक्ट डायरेक्शन में। गुरु गोविंद सिंह महाराज जी के छोटे साहबजादों की शहादत को नतमस्तक होते हुए जो वीर बाल दिवस डिक्लेयर किया है, और गुरु के लंगरों पर से जो GST हटाई गई है, और बहुत सारे काम और किए गए हैं, जिनके लिए मैं ज्ञानी रणजीत सिंह जथेदार तख्त श्री हरिमंदिर जी पटना साहब, उनका आभार व्यक्त किया है। देखो, दिल्ली कमेटी वालों ये सारे संत समाज और दिल्ली सिख गुरुद्वारा प्रबंधक कमेटी, तख्त श्री पटना साहब और सेवापंथी जथेबंदियां सारिਆਂ ਦੇ ਮੁਖੀ ਪ੍ਰਧਾਨ ਮੰਤਰੀ ਦੇ ਅੱਜ ਨਿਵਾਸ ਦੇ ਉੱਤੇ ਗਏ ਸੀ। ਪ੍ਰਧਾਨ ਮੰਤਰੀ ਜੀ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਹੈ, ਔਰ ਜੋ ਪ੍ਰਧਾਨ ਮੰਤਰੀ ਜੀ ਨੇ ਸਿੱਖ ਕੌਮ ਵਾਸਤੇ ਕਾਰਜ ਕੀਤੇ ਆ, ਅਸੀਂ ਉਹਨਾਂ ਦਾ ਜਿੱਥੇ ਧੰਨਵਾਦ ਵੀ ਕੀਤਾ ਹੈ, ਉੱਥੇ ਨਾਲ ਹੀ ਅਸੀਂ ਦਿੱਲੀ ਦੀਆਂ ਸੰਗਤਾਂ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਜੀ ਦੇ ਕੁਝ ਆਪਣੀਆਂ ਮੰਗਾਂ ਰੱਖ ਕੇ ਆਏ ਆ, ਜਿਹਦੇ ਵਿੱਚ ਅਸੀਂ ਇੱਕ ਸਿੱਖ ਮਾਈਨੋਰਿਟੀ ਯੂਨੀਵਰਸਿਟੀ ਖੋਲ੍ਹਣ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਰਿਕੁਐਸਟ ਕੀਤੀ ਹੈ। ਇੱਕ ਮੈਡੀਕਲ ਕਾਲਜ ਵਾਸਤੇ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਆ। 1984 ਦਾ ਮੈਮੋਰੀਅਲ ਬਣਾਇਆ ਜਾਏ। ਇਸ ਤਰ੍ਹਾਂ ਦੀਆਂ ਅਸੀਂ ਸਾਰੀਆਂ ਮੰਗਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਨੂੰ ਦੇ ਕੇ ਆਏ ਆ, ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਉਹ ਜ਼ਰੂਰ ਇਸ ਦੇ ਉੱਤੇ ਵਿਚਾਰ ਕਰਨਗੇ, ਔਰ ਹਾਂ ਪੱਖੀ ਉਹਨਾਂ ਦਾ ਰਵੱਈਆ ਸੀ, ਔਰ ਬਹੁਤ ਹੀ ਉਹਨਾਂ ਨੇ ਸ਼ਲਾਘਾ ਕੀਤੀ ਆ ਸਿੱਖਾਂ ਦੀ, ਕੌਮ ਦੀ, ਜੋ ਦੇਸ਼ ਵਾਸਤੇ ਸਿੱਖਾਂ ਨੇ ਇੰਨਾ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਜੀ ਨੇ ਉਹਦੀ ਬਹੁਤ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਹਾਂਜੀ सर, पहले अपना नाम बता दीजिएगा। ਹਾਂਜੀ, मैं बाबा प्रीतम सिंह, गुरुद्वारा धन धन बाबा दीप सिंह जी शहीद राजपुरा बाईपास तो। सर, आज मुलाकात हुई है प्रधानमंत्री नरेंद्र मोदी से, की गलबात हुई है? उनसे जो हमारी मुलाकात हुई है, जो उन्होंने वीर बाल दिवस किया था छोटे साहिबजादों के लिए, उनका धन्यवाद करना था। एक उन्होंने जो किसानों का मुद्दा था वो ठीक किया, उसका धन्यवाद करना था। और जो हमारे बंदी सिंह जेल में बैठे हैं, उनके रिहाई के लिए भी हमने उनको बेनती की है।
भी उनको जो टाइम पूरा हो चुका है उनको छोड़ा जाए। क्या ये सर बात की है। क्या सर ये भी माना जाए कि पंजाब में चुनाव में उससे पहले ये मुलाकात काफ़ी कई मुद्दों में कई मायने निकाल रही है? नहीं नहीं, ये नहीं है। हम चुनाव के साथ हमारा कोई ताल्लुकात नहीं ऐसा। हम तो अपने जो काम थे उसके लिए आए थे। ਬਾਰ-ਬਾਰ ਬਦਲਾਵ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਬਦਲਾਵ ਕੀ ਹੁੰਦਾ ਹੈ? ਅੱਜ ਤੋਂ ਕੁਝ ਸਾਲ ਪਿੱਛੇ ਜਾ ਕੇ ਦੇਖੋ ਤਾਂ ਪੰਜਾਬ ਦੇ ਹਾਲਾਤ ਕੀ ਸੀ। ਪਾਣੀ ਨਹੀਂ ਸੀ, ਬਿਜਲੀ ਨਹੀਂ ਸੀ, ਸੜਕਾਂ ਨਹੀਂ ਸੀ, ਸਿੱਖਿਆ ਨਹੀਂ ਸੀ, ਕੋਈ ਸਿਹਤ ਸਹੂਲੀਅਤ ਨਹੀਂ ਸੀ। ਪਰ ਅੱਜ 20 ਸਾਲ ਬਾਅਦ ਪੰਜਾਬ ਦੇ ਹਾਲਾਤ ਦੇਖੋ। ਪੰਜਾਬ ਵਿੱਚ ਕਿੰਨਾ ਸੁਧਾਰ ਹੋਇਆ ਹੈ। ਬਦਲਾਵ ਸਿਰਫ ਸ਼੍ਰੋਮਣੀ ਅਕਾਲੀ ਦਲ ਲਿਆ ਸਕਦਾ ਹੈ। ਜਿਹੜੇ ਲੋਕ ਬਦਲਾਵ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਦੂਜੀ ਪਾਰਟੀ ਚੋਂ ਕੱਢੇ ਹੋਏ ਲੀਡਰਾਂ ਨੂੰ ਆਪ ਦੇ ਵਿੱਚ ਸ਼ਾਮਿਲ ਕਰ ਲਿਆ। ਕੀ ਇਹ ਬਦਲਾਵ ਹੈ? ਉਹ ਕਿਵੇਂ ਬਦਲਾਵ ਲਿਆ ਸਕਦੇ ਨੇ ਜੋ ਨਿਕੰਮੇ ਤੇ ਨਕਾਰੇ ਹੋਏ ਲੀਡਰਸ ਨੇ ਦੂਜੀਆਂ ਪਾਰਟੀਆਂ ਦੇ? ਬਦਲਾਵ ਉਹ ਹੈ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਪਿਛਲੇ 10 ਸਾਲਾਂ ਵਿੱਚ। ਤੁਸੀਂ ਖੁਦ ਪੰਜਾਬ 'ਚ ਦੇਖ ਸਕਦੇ ਹੋ। 에ਅਰਪੋਰਟ ਮੋਹਾਲੀ ਤੋਂ ਲੈ ਕੇ ਅੰਮ੍ਰਿਤਸਰ, ਆਦਮਪੁਰ, ਲੁਧਿਆਣਾ, ਇਹ ਹੈ ਬਦਲਾਵ। ਜਿੰਨੀਆਂ ਯਾਦਗਾਰਾਂ ਬਣੀਆਂ ਉਸ ਨੂੰ ਕਹਿੰਦੇ ਨੇ ਬਦਲਾਵ। ਜਿੰਨੀਆਂ ਸੜਕਾਂ ਬਣੀਆਂ ਉਸ ਨੂੰ ਕਹਿੰਦੇ ਨੇ ਬਦਲਾਵ। ਬਿਜਲੀ ਸਰਪਲਸ ਕੀਤੀ ਉਸ ਨੂੰ ਕਹਿੰਦੇ ਨੇ ਬਦਲਾਵ। ਹਰ ਇਲਾਕੇ ਵਿੱਚ ਮੈਰੀਟੋਰੀਅਸ ਸਕੂਲ ਬਣਾਏ ਉਸ ਨੂੰ ਕਹਿੰਦੇ ਨੇ ਬਦਲਾਵ। ਪੰਜਾਬ ਨੂੰ ਹਮੇਸ਼ਾ ਤਰੱਕੀ ਦੀ ਰਾਹ ਤੇ ਤੋਰਨਾ ਉਸ ਨੂੰ ਕਹਿੰਦੇ ਨੇ ਬਦਲਾਵ। ਮਾਂ ਖੇਡ ਕਬੱਡੀ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਕੇ ਜਾਣਾ ਉਸ ਨੂੰ ਕਹਿੰਦੇ ਨੇ ਬਦਲਾਵ। ਹਾਕੀ ਸਟੇਡੀਅਮ ਬਣਵਾਏ ਉਸ ਨੂੰ ਕਹਿੰਦੇ ਨੇ ਬਦਲਾਵ। ਪੰਜਾਬ ਵਿੱਚ ਬੀਬੀਆਂ ਦੀ ਪੁਲਿਸ ਭਰਤੀ ਕੀਤੀ ਉਸ ਨੂੰ ਕਹਿੰਦੇ ਨੇ ਬਦਲਾਵ। ਹੋਰ ਪਤਾ ਨਹੀਂ ਕਿੰਨੇ ਹੀ ਅਨੇਕਾਂ ਕੰਮ ਜਿਨ੍ਹਾਂ ਨੇ ਪੰਜਾਬ ਨੂੰ ਬਦਲਿਆ ਉਸ ਨੂੰ ਕਹਿੰਦੇ ਨੇ ਬਦਲਾਵ। ਜੇ ਚਾਹੁੰਦੇ ਹੋ ਬਦਲਾਵ ਮੁੜ ਲਿਆਓ ਬਾਦਲ ਸਰਕਾਰ।